ਦੀ ਜਾਣਕਾਰੀ ਇਸ ਮਾਮਲੇ ਦੇ ਵਿੱਚ ਸ਼ੂਟਰ ਕੱਲ ਹੀ ਐਨਕਾਊਂਟਰ ਵਾਲੀ ਥਾਂ ਤੇ ਪਹੁੰਚੇ ਸੀ। ਕੋਈ ਇਹਨਾਂ ਨੂੰ ਕਾਰ ਦੇ ਵਿੱਚ ਛੱਡ ਕੇ ਗਿਆ ਸੀ। ਇਹ ਪੁਲਿਸ ਅਧਿਕਾਰੀ ਜਾਣਕਾਰੀ ਦੇ ਰਹੇ ਸਨ ਕਿ ਜਲਦ ਹੀ ਇਸ ਕਾਰ ਨੂੰ ਟ੍ਰੇਸ ਕਰ ਲਿਆ ਜਾਏਗਾ। ਇਹਨਾਂ ਦੇ ਕੋਲੋਂ ਇੱਕ AK-47 2 ਪਿਸਟਲ ਮਿਲੇ ਨੇ, ਅਸਲਾ ਮਿਲਿਆ ਹੈ ਤੇ ਜੋ ਦੋਨੋਂ ਸ਼ਾਰਪ ਸ਼ੂਟਰ ਨੇ ਉਹਨਾਂ ਦੀਆਂ ਲਾਸ਼ਾਂ ਇਸ ਵੇਲੇ ਹਸਪਤਾਲ ਦੇ ਵਿੱਚ ਰਖਵਾਈਆਂ ਗਈਆਂ ਨੇ। ਅੱਜ ਪੋਸਟਮਾਰਟਮ ਹੋਏਗਾ। ਸਾਡੇ ਸਹਿਯੋਗੀ ਗਗਨਦੀਪ ਚੌਹਾਨ ਲਾਈਵ जुड़े हुए ने हस्पताल दे बाहरों। गगन की कुछ अपडेट इस वेले? बिल्कुल हर्ष, इस वेले असीं सिविल हस्पताल अमृतसर दे विच मौजूद हां ते इत्थे वो पोस्टमार्टम रूम हैगा जिथे पोस्टमार्टम किया जाएगा दोवां दा, मनु कूसा दा ते जगरूप रूपा दा जिहड़ा हैगा पोस्टमार्टम किया जाना इत्थे। और असीं क्योंकि मीह दा मौसम हैगा इस करके मीह पै रहा है अमृतसर दे विच जिहड़ा हैगा। और ਇਹ ਪੋਸਟਮਾਰਟਮ ਰੂਮ ਹੈਗਾ ਜਿੱਥੇ ਪੋਸਟਮਾਰਟਮ ਕੀਤਾ ਜਾਣਾ ਹੈ। ਜਗਰੂਪ ਰੂਪਾ ਦਾ ਤੇ ਮਨੂ ਕੂਸਾ ਦਾ ਤਿਆਰੀਆਂ ਤਕਰੀਬਨ ਮੁਕੰਮਲ ਨੇ। ਇੰਤਜ਼ਾਰ ਇਸ ਗੱਲ ਦਾ ਹੋ ਰਿਹਾ ਹੈ ਕਿ ਪੁਲਿਸ ਦੀ ਟੀਮ ਜਿਹੜੀ ਹੈਗੀ ਹੈ, ਦਿਹਾਤੀ ਥਾਣਾ ਪੁਲਿਸ ਜਿਹੜੀ ਹੈਗੀ ਉਹ ਆਏਗੀ ਔਰ ਬਕਾਇਦਾ ਕਾਗਜ਼ੀ ਕਾਰਵਾਈ ਜਿਹੜੀ ਹੈਗੀ, ਦਸਤਾਵੇਜ਼ੀ ਕਾਰਵਾਈ ਹੈਂਡਓਵਰ ਕਰੇਗੀ। ਉਹ ਇੱਥੇ ਜਿਹੜਾ ਲੋਕਲ ਸਟਾਫ ਹੈਗਾ ਉਸ ਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਵੇਗੀ। ਉਸ ਤੋਂ ਬਾਅਦ ਐਂਟਰੀ ਜਿਹੜੀ ਹੈਗੀ ਹੈ ਉਹ ਬਕਾਇਦਾ ਜਿਹੜੀਆਂ ਨੇ ਉਹ ਪਾਈਆਂ ਜਾਣਗੀਆਂ ਔਰ ਐਂਟਰੀ ਪਾਉਣ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਬਾਅਦ ਪੋਸਟਮਾਰਟਮ ਦੀ ਪ੍ਰਕਿਰਿਆ ਜਿਹੜੀ ਹੈਗੀ ਉਹ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਹੋਵੇਗੀ ਜਾਂ ਨਹੀਂ ਹੋਵੇਗੀ, ਕਿੰਨੇ ਡਾਕਟਰਾਂ ਦਾ ਪੈਨਲ ਕਰੇਗਾ, ਇਹ ਸਾਰੀ ਇਨਫੋਰਮੇਸ਼ਨ ਆਣੀ ਹਜੇ ਬਾਕੀ ਹੈ। ਅਰਸ਼ ਜੀ ਤੇ ਅਜੇ ਜਿਹੜੀਆਂ ਲਾਸ਼ਾਂ ਨੇ ਉਹ ਹਸਪਤਾਲ ਦੇ ਵਿੱਚ ਰੱਖੀਆਂ ਗਈਆਂ ਨੇ। ਗਗਨ, ਇੱਕ ਤਸਵੀਰ ਅਸੀਂ ਵੇਖ ਰਹੇ ਸੀ, ਦਰਸ਼ਕਾਂ ਨੂੰ ਵੀ ਵਿਖਾ ਰਹੇ ਸੀ, ਜਿਸ ਤਸਵੀਰ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਸ਼ੂਟਰ ਸਨ ਉਹਨਾਂ ਦੇ ਕੱਪੜਿਆਂ ਦੇ ਵਿੱਚੋਂ ਵੀ, ਜੇਬਾਂ ਦੇ ਵਿੱਚੋਂ ਵੀ ਗੋਲੀਆਂ ਨਿਕਲੀਆਂ ਨੇ। ਬਿਲਕੁਲ ਅਰਸ਼, ਕਿਉਂਕਿ ਜਦੋਂ ਰਾਤ ਨੂੰ ਲੇਟ ਨਾਈਟ ਉੱਥੋਂ ਪੁਲਿਸ ਨੇ ਐਨਕਾਊਂਟਰ ਵਾਲੀ ਸਾਈਡ ਤੋਂ ਇਹ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਇੱਥੇ ਸ਼ਿਫਟ ਕੀਤੀਆਂ ਨੇ। ਰਾਤ ਨੂੰ ਜਦੋਂ ਅਸੀਂ ਤਕਰੀਬਨ 9:30 ਵਜੇ ਤੱਕ ਉੱਥੇ ਮੌਜੂਦ ਸੀਗੇ, ਅਸੀਂ ਐਨਕਾਊਂਟਰ ਵਾਲੀ ਸਾਈਟ ਤੇ ਸੀਗੇ ਔਰ ਉੱਥੋਂ ਜਿਹੜੇ IG ਰੈਂਕ ਦੇ ਅਧਿਕਾਰੀ ਜਦੋਂ ਨਿਕਲੇ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਫਿਲਹਾਲ ਡੈੱਡ ਬੋਡੀਜ਼ ਜਿਹੜਾ ਹੈਗਾ ਹੋਰ ਇੱਥੇ 2 ਘੰਟੇ ਤੋਂ ਬਾਅਦ ਜਿਹੜਾ ਹੈਗਾ ਇੱਥੇ ਸ਼ਿਫਟ ਕਰਾਂਗੇ, ਇੱਥੋਂ ਚੁੱਕਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸ਼ਿਫਟ ਕੀਤੀਆਂ ਜਾਣਗੀਆਂ। ਲਿਆ ਕੇ ਇੱਥੇ ਕੋਲਡ ਸਟੋਰੇਜ ਜਿਹੜੀ ਹੁੰਦੀ ਹੈ ਜਿੱਥੇ ਡੈੱਡ ਬੋਡੀਜ਼ ਨੂੰ ਰੱਖਿਆ ਜਾਂਦਾ ਉੱਥੇ ਇਹ ਰੱਖੀਆਂ ਗਈਆਂ ਨੇ ਡੈੱਡ ਬੋਡੀਜ਼ ਦੋਵੇਂ ਦੀ, ਮਨੂ ਕੂਸਾ ਦੀ ਤੇ ਜਗਰੂਪ ਰੂਪਾ ਦੀ। ਦੋਵਾਂ ਦੇ ਕੋਲੋਂ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਗੋਲੀਆਂ ਨਿਕਲੀਆਂ ਨੇ, ਅਸੀਂ ਉਹ ਵਿਜ਼ੂਅਲਸ ਵੀ ਦਿਖਾਏ ਨੇ ਆਪਣੇ ਦਰਸ਼ਕਾਂ ਨੂੰ, ਐਕਸਕਲੂਸਿਵ ਵਿਜ਼ੂਅਲਸ ਨਿਊਜ਼ 18 ਪੰਜਾਬ ਤੇ ਅਸੀਂ ਦਿਖਾਏ ਨੇ। ਔਰ ਇਹ ਕਿਤੇ ਨਾ ਕਿਤੇ ਇਹ ਇਸ ਗੱਲ ਦਾ ਸਬੂਤ ਵੀ ਹੈਗਾ ਕਿ ਕਿਸ ਤਰੀਕੇ ਦੀ ਤਿਆਰੀ ਕਰਕੇ ਇਹ ਆਏ ਸੀਗੇ, ਕਿਸ ਤਰੀਕੇ ਇਹ ਐਨਕਾਊਂਟਰ ਦੇ ਲਈ ਇਹ ਕਹਿ ਲਿਆ ਜਾਵੇ ਕਿ ਆਪਣੇ ਆਪ ਨੂੰ ਬਚਾਉਣ ਦੇ ਲਈ ਕਿੰਨਾ ਅਸਲਾ ਇਹ ਨਾਲ ਲੈ ਕੇ ਤੁਰ ਰਹੇ ਸੀਗੇ। ਜੇਬਾਂ ਚੋਂ ਗੋਲੀਆਂ ਨਿਕਲੀਆਂ ਨੇ ਔਰ ਜੇਕਰ ਇਹਨਾਂ ਦੋਵਾਂ ਨੂੰ ਲੱਗੀ ਬੁਲਟ ਇੰਜਰੀਜ਼ ਦੀ ਗੱਲ ਕਰੀਏ ਤਾਂ 3 ਗੋਲੀਆਂ ਜਿਹੜੀਆਂ ਨੇ ਮਨੂ ਕੂਸਾ ਨੂੰ ਲੱਗੀਆਂ ਨੇ, ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ, ਔਰ 7 ਗੋਲੀਆਂ ਜਿਹੜੀਆਂ ਨੇ ਉਹ ਜਗਰੂਪ ਰੂਪਾ ਨੂੰ ਲੱਗੀਆਂ ਨੇ। 1 ਗੋਲੀ ਮਨੂ ਕੂਸਾ ਦੀ ਅੱਖ ਦੇ ਵਿੱਚ ਲੱਗੀ ਹੈ ਔਰ ਜਗਰੂਪ ਰੂਪਾ ਨੂੰ ਵੱਧ ਗੋਲੀਆਂ ਲੱਗੀਆਂ ਨੇ। ਉਸ ਦੀ ਸ਼ਾਇਦ ਵਜ੍ਹਾ ਵੀ ਇਹ ਹੋ ਸਕਦੀ ਹੈ ਕਿ ਲੋਕੇਸ਼ਨ ਜਿਹੜੀ ਸੀਗੀ ਜਗਰੂਪ ਰੂਪਾ ਦੀ ਉਹ ਜ਼ਿਆਦਾ ਅਜਿਹੀ ਲੋਕੇਸ਼ਨ ਸੀਗੀ ਜੇ ਡਾਇਰੈਕਟ ਹਿੱਟ ਦੇ ਵਿੱਚ ਆ ਰਹੀ ਸੀਗੀ ਪੁਲਿਸ ਟੀਮ ਦੇ। ਅਰਸ਼ ਜੀ ਬਿਲਕੁਲ, ਤਾਂ ਇੱਕ ਵੱਡੀ ਜਾਣਕਾਰੀ ਜੋ ਸਾਡੇ ਸਹਿਯੋਗੀ ਗਗਨ ਇਸ ਵੇਲੇ ਦੇ ਰਹੇ ਨੇ ਕਿ ਜੋ ਪੋਸਟਮਾਰਟਮ ਅਜੇ ਹੋਣਾ ਹੈ ਲੇਕਿਨ ਜੋ ਹੁਣ ਤੱਕ ਦੀ ਜਾਣਕਾਰੀ ਮਿਲ ਰਹੀ ਹੈ 3 ਗੋਲੀਆਂ ਮਨੂ ਕੂਸਾ ਦੇ ਲੱਗੀਆਂ ਨੇ ਤੇ 7 ਗੋਲੀਆਂ ਜਗਰੂਪ ਰੂਪਾ ਦੇ ਲੱਗੀਆਂ ਨੇ ਇਸ ਐਨਕਾਊਂਟਰ ਦੇ ਵਿੱਚ। ਵਾਰ-ਵਾਰ ਪੁਲਿਸ ਦਾ ਕਹਿਣਾ ਸੀ ਕਿ ਵਾਰ-ਵਾਰ ਉਹਨਾਂ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਲੇਕਿਨ ਉਹਨਾਂ ਨੇ ਸਰੈਂਡਰ ਨਹੀਂ ਕੀਤਾ, ਫਿਰ ਵੀ ਫਾਇਰਿੰਗ ਕਰਦੇ ਰਹੇ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਮਾਰੇ ਗਏ। ਗਗਨ, ਤੁਸੀਂ ਵੀ ਕੱਲ ਉੱਥੇ ਮੌਜੂਦ ਸੀ ਜਿਸ ਵੇਲੇ ਸਾਰੀ ਕਾਰਵਾਈ ਹੋ ਰਹੀ ਸੀ, ਤਾਂ ਉੱਥੇ ਕਿਵੇਂ ਕੀ ਕੁਝ ਵਾਪਰਿਆ? ਬਿਲਕੁਲ ਅਰਸ਼, ਉਸ ਵੇਲੇ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਅਸੀਂ ਮੂਵ ਹੋਣਾ ਸ਼ੁਰੂ ਹੋਏ। ਸਾਡੇ ਸਹਿਯੋਗੀ ਰਾਜੀਵ ਸਭ ਤੋਂ ਪਹਿਲਾਂ ਉਸ ਸਪੌਟ ਤੇ ਪਹੁੰਚੇ ਸੀਗੇ ਔਰ ਉਸ ਸਪੌਟ ਦੇ ਕਾਫੀ ਨੇੜੇ ਸੀਗੇ ਰਾਜੀਵ, ਜਿੱਥੇ ਗੋਲੀਆਂ ਦੀ ਆਵਾਜ਼ ਵੀ ਸਾਡੇ ਦਰਸ਼ਕ ਸੁਣ ਪਾ ਰਹੇ ਸੀਗੇ। ਉਹ ਗੋਲੀਆਂ ਦੀ ਆਵਾਜ਼ ਵੀ ਸਾਡੇ ਦਰਸ਼ਕਾਂ ਨੇ ਸੁਣੀ ਤੇ ਅਸੀਂ ਜਦੋਂ ਉੱਥੇ ਪਹੁੰਚੇ ਆ ਉਸ ਵੇਲੇ ਪੁਲਿਸ ਨੇ ਨਾਕੇਬੰਦੀ ਜਿਹੜੀ ਹੈਗੀ ਉਹ ਕਰ ਦਿੱਤੀ ਸੀ, ਰਾਹ ਜਿਹੜੇ ਸੀਗੇ ਉਹ ਬੈਰੀਕੇਟਿੰਗ ਕਰ ਦਿੱਤੀ ਸੀ ਤਮਾਮ ਰਾਹਾਂ ਦੀ। ਪਰ ਫਿਰ ਵੀ ਅਸੀਂ ਕਿਸੇ ਵੀ ਤਰੀਕੇ ਖੇਤਾਂ ਚੋਂ ਲੰਘਦੇ ਹੋਏ ਜਿਹੜਾ ਹੈਗਾ ਉਸ ਥਾਂ ਤੱਕ ਪਹੁੰਚੇ ਜਿੱਥੇ ਐਨਕਾਊਂਟਰ ਹੋ ਰਿਹਾ ਸੀਗਾ। ਹਾਲਾਂਕਿ ਉਸ ਐਗਜ਼ੈਕਟ ਲੋਕੇਸ਼ਨ ਤੱਕ ਪੁਲਿਸ ਨਹੀਂ ਜਾਣ ਦੇ ਰਹੀ, ਹਜੇ ਵੀ ਨਹੀਂ ਜਾਣ ਦੇ ਰਹੀ, ਕਿਉਂਕਿ ਫੋਰੈਂਸਿਕ ਟੀਮ ਜਿਹੜੀ ਹੈਗੀ ਉਹ ਕੰਮ ਕਰ ਰਹੀ ਹੈ ਆਪਣਾ। ਔਰ ਉਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਪੁਲਿਸ ਦੇ ਲਈ ਇੱਕ ਚੈਲੰਜ ਇਹ ਹੈਗਾ ਇਸ ਐਨਕਾਊਂਟਰ ਤੋਂ ਬਾਅਦ ਕਿ ਜਿਹੜੇ ਪੋਸਟ ਐਨਕਾਊਂਟਰ ਜਿਹੜੀ ਕਈ ਵਾਰ ਸਵਾਲ ਉੱਠਦੇ ਨੇ, ਹਿਊਮਨ ਰਾਈਟ ਕਮਿਸ਼ਨ ਦੇ ਸਵਾਲ ਉੱਠਦੇ ਨੇ, ਇਸ ਤਰੀਕੇ ਦੀਆਂ ਜਿਹੜੀ ਚੀਜ਼ਾਂ ਹੁੰਦੀਆਂ ਨੇ, ਲੀਗਲਾਈਜ਼ ਜਿਹੜੀ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦਾ ਜਵਾਬ ਪੁਲਿਸ ਦੇ ਕੋਲ ਹੋਣਾ ਚਾਹੀਦਾ ਕਿ ਇਹ ਐਨਕਾਊਂਟਰ ਜ਼ਰੂਰੀ ਸੀਗਾ। ਇਸ ਤਰੀਕੇ ਦੇ ਸਵਾਲ ਪੁਲਿਸ ਨੂੰ ਪੁੱਛੇ ਜਾਂਦੇ ਨੇ। ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆਉਂਦੀ ਹੈ, ਹਿਊਮਨ ਰਾਈਟਸ ਵਾਇਓਲੇਸ਼ਨ ਦੀ ਜਦੋਂ ਗੱਲ ਆਉਂਦੀ ਹੈ, ਇਹ ਸਾਰੇ ਇਸ ਤਰੀਕੇ ਨਾਲ ਸਵਾਲ ਪੁੱਛੇ ਜਾਂਦੇ ਨੇ। ਤਾਂ ਪੁਲਿਸ ਜਿਹੜੀ ਹੈਗੀ ਹੈ ਉਸ ਤਰੀਕੇ ਹਰੇਕ ਚੀਜ਼ ਨੂੰ ਦਸਤਾਵੇਜ਼ੀ ਤੌਰ ਤੇ ਜਿਹੜਾ ਹੈਗਾ ਡਾਕੂਮੈਂਟਡ ਹੁਣ ਕਰ ਰਹੀ ਹੈ। ਕੱਲ ਜਿਹੜਾ ਮਾਹੌਲ ਸੀਗਾ ਉੱਥੇ, ਕੱਲ ਜਿਹੜਾ ਸੀਕੁਐਂਸ ਸੀਗਾ
ਸਵੇਰੇ ਤਕਰੀਬਨ 10:30 ਵਜੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਹਾਲਾਂਕਿ ਜਿਹੜੇ ਪੁਲਿਸ ਅਧਿਕਾਰੀ ਕਹਿ ਰਹੇ ਨੇ ਉਹ ਤਕਰੀਬਨ 11:11 ਵਜੇ ਦੇ ਆਸ-ਪਾਸ ਜਿਹੜਾ ਹੈਗਾ ਇਸ ਦੀ ਐਨਕਾਊਂਟਰ ਦੀ ਸ਼ੁਰੂਆਤ ਦੱਸਦੇ ਨੇ ਕਿ ਕਿਸ ਤਰੀਕੇ ਉਹਨਾਂ ਨੇ ਚੇਸ ਆਊਟ ਕੀਤਾ ਦੋਵਾਂ ਨੂੰ, ਔਰ ਦੋਵੇਂ ਗੱਡੀ ਸਵਾਰ ਸੀਗੇ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਦੋਵਾਂ ਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਸੀਗਾ, ਪਰ ਸਰੈਂਡਰ ਨਹੀਂ ਕੀਤਾ। ਦੋਵਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਸ਼ੁਰੂ ਕੀਤੀ ਤਾਂ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਕੀਤੀ, ਔਰ ਜਵਾਬੀ ਕਾਰਵਾਈ ਜਦੋਂ ਪੁਲਿਸ ਕਰ ਰਹੀ ਸੀਗੀ ਤਾਂ ਇਹ ਦੋਵੇਂ ਜਿਹੜੇ ਸੀਗੇ ਮਨੂ ਕੂਸਾ ਤੇ ਜਗਰੂਪ ਰੂਪਾ, ਜਿਸ ਥਾਂ ਤੇ ਅਸੀਂ ਦਿਖਾ ਰਹੇ ਸੀਗੇ ਸੀਮੈਂਟਡ ਘਰ ਸੀਗਾ, ਇਹ ਦੋਵੇਂ ਉਸ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ। ਉਹ ਘਰ ਜਿਹੜਾ ਹੈਗਾ ਭਕਨਾ ਪਿੰਡ ਦੇ ਇੱਕ ਪਰਿਵਾਰ ਦਾ ਹੈਗਾ, ਉਹਨਾਂ ਨੇ ਬਣਾਇਆ ਸੀਗਾ, ਖੇਤਾਂ ਦੇ ਵਿੱਚ ਘਰ ਬਣਾਇਆ ਸੀ ਤੇ ਉੱਥੇ ਰਹਿ ਨਹੀਂ ਸੀ ਰਿਹਾ, ਉੱਥੇ ਤਾਲਾ ਲੱਗਿਆ ਹੋਇਆ ਸੀਗਾ। ਉੱਥੇ ਜਾ ਕੇ ਵੜ ਜਾਂਦੇ ਨੇ ਤੇ ਉੱਥੋਂ ਫਿਰ ਜਿਹੜਾ ਹੈਗਾ ਪੁਲਿਸ ਤੇ ਫਾਇਰ ਓਪਨ ਕਰ ਦਿੰਦੇ ਨੇ। ਜਵਾਬੀ ਕਾਰਵਾਈ ਪੁਲਿਸ ਕਰਦੀ ਹੈ, ਔਰ ਕਿਸ ਤਰੀਕੇ ਫਾਇਰਿੰਗ ਹੋ ਰਹੀ ਸੀਗੀ, ਗੋਲੀਆਂ ਦੀ ਆਵਾਜ਼ ਸੁਣ ਕੇ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਟੋਮੈਟਿਕ ਹਥਿਆਰਾਂ ਦੇ ਨਾਲ ਇਹ ਫਾਇਰ ਕਰ ਰਹੇ ਸੀਗੇ। AK-47 ਦੇ ਨਾਲ ਫਾਇਰ ਕਰ ਰਹੇ ਸੀਗੇ, ਜਿਹੜੇ ਬਾਅਦ ਵਿੱਚ ਬਰਾਮਦ ਵੀ ਹੋਇਆ। ਪਿਸਟਲ ਦੇ ਨਾਲ ਵੀ ਫਾਇਰ ਕਰ ਰਹੇ ਸੀਗੇ ਜਗਰੂਪ ਰੂਪਾ ਤੇ ਮਨੂ ਕੂਸਾ। ਤੇ ਤੁਹਾਨੂੰ ਦੱਸਦੀ ਹੈ ਕਿ ਮਨੂ ਕੂਸਾ ਸ਼ਾਰਪ ਸ਼ੂਟਰ ਰਿਹਾ ਹੈ। ਸ਼ਾਰਪ ਸ਼ੂਟਰ AK-47 ਚਲਾਉਣ ਦੇ ਵਿੱਚੋਂ ਐਕਸਪਰਟ ਸੀਗਾ, AK-47 ਚਲਾ ਸਕਦਾ ਸੀਗਾ। ਔਰ ਜਦੋਂ ਸਿੱਧੂ ਮੂਸੇਵਾਲਾ ਤੇ ਜਦੋਂ ਹਮਲਾ ਹੋਇਆ ਸੀਗਾ, ਅਟੈਕ ਹੋਇਆ ਸੀਗਾ, ਤਾਂ ਮਨੂ ਕੂਸਾ ਪਹਿਲਾ ਉਹ ਸ਼ੂਟਰ ਸੀਗਾ, ਜਿਹੜੀ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ, ਉਸਨੇ ਸਭ ਤੋਂ ਪਹਿਲਾਂ ਫਾਇਰ ਕੀਤਾ ਸੀਗਾ AK-47 ਦੇ ਨਾਲ ਸਿੱਧੂ ਮੂਸੇਵਾਲਾ ਦੇ ਉੱਤੇ, ਕਿਉਂਕਿ ਉਸ ਨੂੰ ਕਿਹਾ ਗਿਆ ਸੀਗਾ, ਉਸ ਨੂੰ ਡਾਇਰੈਕਸ਼ਨ ਇਹ ਸੀਗੀ ਗੋਲਡੀ ਬਰਾੜ ਵੱਲੋਂ ਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਕਿ ਸਭ ਤੋਂ ਪਹਿਲਾ ਫਾਇਰ ਜਿਹੜਾ ਹੈਗਾ ਉਹ ਮਨੂ ਕੂਸਾ ਕਰੇਗਾ। ਉਸ ਤੋਂ ਬਾਅਦ ਹਾਲਾਂਕਿ ਅੰਕਿਤ ਸਿਰਸਾ ਨੇ ਵੀ ਫਾਇਰ ਓਪਨ ਕੀਤੇ ਨੇ, ਔਰ ਬਾਕੀ ਜਿਹੜੇ ਉਹਨਾਂ ਦੇ ਨਾਲ ਸ਼ੂਟਰ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ। ਸੋ ਇਹ ਸਭ ਕੁਝ ਹੋਇਆ, ਪਰ ਫਿਲਹਾਲ ਜਿਹੜਾ ਹੈਗਾ ਕੱਲ ਜੋ ਸੀਗਾ, ਕੱਲ ਇਸ ਗੱਲ ਨੂੰ ਕਿਤੇ ਨਾ ਕਿਤੇ ਅਸੀਂ ਵੇਖ ਵੀ ਸਕੇ ਔਰ ਉਸ ਨੂੰ ਸਮਝ ਵੀ ਸਕੇ ਕਿ ਜਿਹੜਾ ਇਹ ਸ਼ਾਰਪ ਸ਼ੂਟਰ ਸੀਗਾ ਮਨੂ ਕੂਸਾ, ਉਸਨੇ ਕਿਸ ਤਰੀਕੇ ਫਾਇਰਿੰਗ ਕੀਤੀ, ਕਿਉਂਕਿ ਉਸਦੇ ਕੋਲ AK-47 ਸੀਗੀ ਔਰ ਜਗਰੂਪ ਰੂਪਾ ਦੇ ਕੋਲ ਜਿਹੜਾ ਹੈਗਾ ਉਹ ਵੀ ਅਸਲੇ ਦੇ ਨਾਲ ਲੈਸ ਸੀਗਾ, ਉਹ ਵੀ ਫਾਇਰ ਕਰ ਰਿਹਾ ਸੀਗਾ। ਸੋ ਪੁਲਿਸ ਦੇ ਲਈ ਵੀ ਚੈਲੰਜਿੰਗ ਸੀਗਾ, ਕਿਉਂਕਿ ਸਿਵਿਲੀਅਨ ਏਰੀਆ ਸੀਗਾ। ਸਿਵਿਲੀਅਨ ਏਰੀਆ ਦੇ ਵਿੱਚ ਹਮੇਸ਼ਾ ਐਨਕਾਊਂਟਰ ਜਿਹੜਾ ਹੈਗਾ ਉਹ ਆਪਣੇ ਆਪ ਵਿੱਚ ਇੱਕ ਚੈਲੰਜ ਹੁੰਦਾ ਹੈ। ਆਲੇ ਦੁਆਲੇ ਖੇਤਾਂ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਕੰਮ ਕਰ ਰਹੇ ਸੀ, ਕਿਤੇ ਨਾ ਕਿਤੇ ਉਹਨਾਂ ਲਈ ਵੀ ਇਹ ਹੁੰਦਾ ਕਿ ਕਿਸਾਨ ਨੂੰ ਕਿਸੇ ਕਿਸਾਨ ਭਰਾ ਨੂੰ ਕੋਈ ਇੰਜਰੀ ਨਾ ਹੋਵੇ, ਸਿਵਿਲੀਅਨ ਕੋਈ ਇੰਜਰਡ ਨਾ ਹੋ ਜਾਵੇ। ਸੋ ਇਸ ਕਰਕੇ ਪੁਲਿਸ ਲਈ ਇੱਕ ਵੱਡਾ ਚੈਲੰਜ ਸੀਗਾ। ਇਸੇ ਕਰਕੇ ਜਦੋਂ ਪੁਲਿਸ ਸ਼ੁਰੂਆਤੀ ਤੌਰ ਤੇ ਘੱਟ ਗਿਣਤੀ 'ਚ ਪਹੁੰਚੀ ਸੀਗੀ, ਪਰ ਬਾਅਦ ਵਿੱਚ ਜਿਵੇਂ ਹੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਸਰਕੂਲੇਟ ਹੁੰਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਫਿਰ ਸਾਰੀਆਂ ਟੀਮਾਂ ਉੱਥੇ ਪਹੁੰਚਦੀਆਂ ਨੇ, ਕਮਾਂਡੋਜ਼ ਉੱਥੇ ਪਹੁੰਚਦੇ ਨੇ, ਜਿਹੜੀ AGTF ਦੀ ਟੀਮ ਹੈਗੀ ਹੈ ਉਹ ਉੱਥੇ ਪਹੁੰਚਦੀ ਹੈ, ਔਰ ਉਸ ਤੋਂ ਬਾਅਦ ਐਕਸ਼ਨ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਹੈ। ਅਸਲਾ ਕਿੰਨਾ ਸੀਗਾ, ਕਿੰਨੀ ਦੇਰ ਜਿਹੜੀ ਜੇਬ 'ਚੋਂ ਗੋਲੀਆਂ ਨਿਕਲ ਰਹੀਆਂ ਨੇ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ 4 ਘੰਟੇ ਤੱਕ ਜਿਹੜਾ ਐਨਕਾਊਂਟਰ ਸੀਗਾ ਉਹ ਚੱਲਦਾ ਰਿਹਾ। ਉਹ ਐਨਕਾਊਂਟਰ 4 ਘੰਟੇ ਤੱਕ ਚੱਲਿਆ, ਯਾਨੀ ਇਹ 4 ਘੰਟੇ ਤੱਕ ਪੁਲਿਸ ਦਾ ਮੁਕਾਬਲਾ ਕਰਦੇ ਰਹੇ। ਕੁਝ ਸਮੇਂ ਦੇ ਲਈ ਫਾਇਰਿੰਗ ਰੁਕੀ ਵੀ ਸੀ। ਡੀਸੀਪੀ ਥੋੜੀ ਦੇਰ ਪਹਿਲਾਂ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਨੂੰ ਇਹ ਸਵਾਲ ਵੀ ਕੀਤਾ ਗਿਆ ਕਿ ਇੰਨੀ ਦੇਰ ਲੱਗੀ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦੇਣ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਵਾਰ-ਵਾਰ ਇਹ ਕੋਸ਼ਿਸ਼ ਕਰ ਰਹੀ ਸੀ ਕਿ ਸਰੈਂਡਰ ਕਰ ਦੇਣ। ਉਹਨਾਂ ਨੂੰ ਵਾਰ-ਵਾਰ ਕਿਹਾ ਗਿਆ ਕਿ ਸਰੈਂਡਰ ਕਰ ਦਿਓ, ਲੇਕਿਨ ਸਰੈਂਡਰ ਨਹੀਂ ਕੀਤਾ, ਸਗੋਂ ਫਾਇਰਿੰਗ ਕਰਦੇ ਰਹੇ। ਬਿਲਕੁਲ ਅਰਸ਼, ਪੁਲਿਸ ਦੀ ਪ੍ਰਾਇਮਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਰੈਂਡਰ ਕਰ ਦੇਣ, ਜਿਹੜੇ ਕਲਪ੍ਰਿਟ ਹੈਗੇ ਆ, ਜਿਹੜੇ ਮੁਲਜ਼ਮ ਹੈਗੇ ਉਹ ਸਰੈਂਡਰ ਕਰ ਦੇਣ। ਸੋ ਇਸ ਕਰਕੇ ਪੁਲਿਸ ਜਿਹੜਾ ਹੈਗਾ ਉਸ ਤਰੀਕੇ ਜਿਹੜਾ ਹੈਗਾ ਸਾਰੀ ਕਾਰਵਾਈ ਨੂੰ ਅੰਜਾਮ ਦਿੰਦੀ ਹੈ। ਪਰ ਕਿਤੇ ਨਾ ਕਿਤੇ ਜਿਹੜੇ ਦੋਵੇਂ ਸੀਗੇ ਸ਼ਾਰਪ ਸ਼ੂਟਰ ਜਿਹੜੇ ਸੀਗੇ, ਇਹਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀਗਾ ਕਿ ਸ਼ਾਇਦ ਫਾਇਰਿੰਗ ਕਰਦੇ ਹੋਏ ਇਹਨਾਂ ਨੂੰ ਕੋਈ ਐਸਕੇਪ ਜਿਹੜਾ ਹੈਗਾ ਉਹ ਮਿਲ ਜਾਵੇਗਾ, ਕਵਰ ਕਰਦੇ ਹੋਏ ਇੱਕ ਦੂਜੇ ਨੂੰ ਸ਼ਾਇਦ ਐਸਕੇਪ ਕਰ ਜਾਣਗੇ। ਪਰ ਲੋਕੇਸ਼ਨ ਜਿਹੜੀ ਸੀਗੀ, ਲੋਕੇਸ਼ਨ ਵੀ ਆਪਣੇ ਆਪ ਵਿੱਚ ਕਾਫੀ ਅਹਿਮ ਸੀਗੀ, ਕਿਉਂਕਿ ਇੰਟਰਨੈਸ਼ਨਲ ਬਾਰਡਰ ਜਿਹੜਾ ਹੈਗਾ ਉਹ 12-13 ਕਿਲੋਮੀਟਰ ਦੂਰ ਹੈਗਾ ਉਸ ਥਾਂ ਤੋਂ ਜਿੱਥੇ ਐਨਕਾਊਂਟਰ ਹੋਇਆ। ਯਾਨੀ ਕਿਤੇ ਨਾ ਕਿਤੇ ਜੇ ਇਹਨਾਂ ਨੂੰ ਐਸਕੇਪ ਮਿਲ ਜਾਂਦਾ ਤਾਂ ਇਹ ਬਹੁਤ ਮੁਮਕਿਨ ਹੈਗਾ ਕਿ ਪਾਕਿਸਤਾਨ ਵਾਲੇ ਪਾਸੇ ਭੱਜਣ ਦੀ ਕੋਸ਼ਿਸ਼ ਕਰਦੇ, ਇਹ ਮੁਮਕਿਨ ਹੈਗਾ। ਸੋ ਇਸ ਕਰਕੇ ਇਹ ਜਿਸ ਤਰੀਕੇ ਫਾਇਰ ਰੋਕ ਨਹੀਂ ਸੀ ਰਹੇ, ਸਰੈਂਡਰ ਨਹੀਂ